ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ ਨਿਸ਼ੂ ਜੀ, ਥੈਂਕ ਯੂ ਸਾਡੇ ਨਾਲ ਜੁੜਨ ਵਾਸਤੇ ਔਰ ਆਪਣਾ ਟਾਈਮ ਕੱਢਣ ਵਾਸਤੇ। ਨਿਸ਼ੂ ਜੀ, ਅੱਜ ਅਸੀਂ ਗੱਲ ਕਰ ਰਹੇ ਹਾਂ ਕਿ ਸੁਪਰ ਵੀਜ਼ਾ ਦੇ ਬਾਰੇ। ਹਾਂਜੀ, ਤੇ ਉਹਦੇ ਚ ਗੱਲਬਾਤ ਇਹ ਚੱਲੀ ਕਿ ਫਾਈਨੈਂਸ਼ੀਅਲਸ ਦਿਖਾਣੇ ਪੈਂਦੇ, ਜਿਹੜੇ ਲੋਕ ਇਨਵਾਈਟ ਕਰ ਰਹੇ ਕਿਸੇ ਨੂੰ ਉਹਨਾਂ ਨੂੰ ਆਪਣੇ ਫਾਈਨੈਂਸ਼ੀਅਲਸ ਦਿਖਾਣੇ ਪੈਂਦੇ ਆ। ਔਰ ਐਟ ਦ ਸੇਮ ਟਾਈਮ ਇੱਕ ਮੈਂਡੇਟਰੀ ਰਿਕੁਆਇਰਮੈਂਟ ਹੈ ਕਿ ਜਿਹੜਾ ਬੰਦਾ ਆ ਰਿਹਾ ਹੈ ਸੁਪਰ ਵੀਜ਼ਾ ਤੇ ਉਹਨਾਂ ਦੇ ਕੋਲ ਐਟਲੀਸਟ $100,000 ਦੀ ਕਵਰੇਜ ਹੋਣੀ ਚਾਹੀਦੀ ਹੈ ਇੰਸ਼ੋਰੈਂਸ ਦੀ। ਬਿਲਕੁਲ ਜੀ। ਹਾਂਜੀ, ਤੇ ਨਿਸ਼ੂ ਜੀ ਉਹਨਾਂ ਨੇ ਇਹ ਵੀ ਗੱਲ ਕੀਤੀ ਕਿ ਸਾਨੂੰ ਜਿਹੜਾ ਬੰਦਾ ਅਪਲਾਈ ਕਰ ਰਿਹਾ ਆਪਣੇ ਪੇਰੈਂਟਸ ਵਾਸਤੇ, ਉਹਨਾਂ ਨੂੰ ਫਾਈਨੈਂਸ਼ੀਅਲ ਇਨਫੋਰਮੇਸ਼ਨ ਬਿਲਕੁਲ ਲੇਟੈਸਟ ਦੇਣੀ ਪੈਂਦੀ ਹੈਗੀ ਹੈ ਫॉर ਸੁਪਰ ਵੀਜ਼ਾ। ਤੇ ਅੱਜ ਕੱਲ ਜਿਸ ਤਰ੍ਹਾਂ ਕਿ ਟੈਕਸ ਸੀਜ਼ਨ ਹੈਗਾ, ਲੋਕਾਂ ਦੀਆਂ T4s ਆਈਆਂ ਹੈ, ਹੁਣ ਉਹ ਸੂਨ ਆਪਣਾ ਟੈਕਸ ਫਾਈਲ ਕਰਨਗੇ ਤੇ ਮੇਰੇ ਹਿਸਾਬ ਨਾਲ ਇੱਕ ਬਹੁਤ ਅੱਛਾ ਟਾਈਮ ਹੈਗਾ ਕਿ ਜਦੋਂ ਤੁਹਾਡੇ ਕੋਲ ਫਾਈਨੈਂਸ਼ੀਅਲ ਇਨਫੋਰਮੇਸ਼ਨ ਬਿਲਕੁਲ ਫਰੈਸ਼ ਹੈਗੀ ਹੈ ਔਰ ਆਪਣੇ ਪੇਰੈਂਟਸ ਨੂੰ ਅਪਲਾਈ ਕਰਨ ਵਾਸਤੇ। ਡੂ ਯੂ ਅਗਰੀ ਵਿਦ ਦੈਟ? ਹਾਂਜੀ ਬਿਲਕੁਲ ਜੀ, ਬਿਲਕੁਲ। ਹਾਂਜੀ, ਤੇ ਤੁਸੀਂ ਥੋੜਾ ਜਿਹਾ ਦੱਸੋ ਸਾਨੂੰ ਕਿ ਇੰਸ਼ੋਰੈਂਸ ਦੇ ਪਰਸਪੈਕਟਿਵ ਤੋਂ ਸਭ ਤੋਂ ਪਹਿਲੀ ਗੱਲ ਤਾਂ ਕਿ ਜਦੋਂ ਉਹਨਾਂ ਨੇ ਇਹ ਵੀ ਬਹੁਤ ਇੰਪੋਰਟੈਂਟ ਗੱਲ ਸ਼ੇਅਰ ਕੀਤੀ ਕਿ ਜਿੰਨੇ ਲੋਕ ਫੈਮਿਲੀ 'ਚ ਹੈ ਔਰ ਉਹਨਾਂ ਦੀ ਇਨਕਮ ਤੇ ਵੀ ਡਿਪੈਂਡ ਕਰਦਾ ਹੈ ਕਿ ਜਦੋਂ ਤੁਸੀਂ ਕਿਸੇ ਨੂੰ ਬੁਲਾ ਰਹੇ ਹੋ ਕਿ ਤੁਹਾਡੀ ਇਨਕਮ ਉਸ ਨੂੰ ਸਪੋਰਟ ਕਰਦੀ ਹੈ ਕਿ ਨਹੀਂ ਕਰਦੀ। ਤੇ ਆਪਣੀ ਬਹੁਤ ਕੋਸ਼ਿਸ਼ ਹੁੰਦੀ ਹੈ ਕਿ ਸਾਡੀ ਇਨਕਮ ਜਿਹੜੀ ਹੈ ਉਹ ਕ੍ਰਾਈਟੇਰੀਆ ਨੂੰ ਮੀਟ ਕਰ ਜਾਵੇ। ਤੁਸੀਂ ਕੁਝ ਗੱਲਾਂ ਸਾਨੂੰ ਦੱਸ ਸਕਦੇ ਹੋ ਕਿ ਜਿੱਦਾਂ ਹੁਣ ਆਪਾਂ ਟੈਕਸ ਫਾਈਲ ਕਰਨਾ ਹੈਗਾ, ਅਸੀਂ ਆਪਣੀ ਇਨਕਮ ਨੂੰ ਥੋੜਾ ਬਹੁਤ ਕਿਸ ਤਰੀਕੇ, ਕੋਈ ਟਿਪਸ ਇਹੋ ਜਿਹੀਆਂ ਜਿਹਨਾਂ ਆਪਾਂ ਆਪਣੀ ਇਨਕਮ ਨੂੰ ਵਧਾ ਸਕੀਏ, ਕਿਉਂਕਿ ਕਾਫੀ ਸਾਰਾ ਪੋਰਸ਼ਨ ਟੈਕਸ 'ਚ ਚਲਾ ਜਾਂਦਾ ਹੈ। ਬਿਲਕੁਲ ਜੀ। ਜਿੰਨੀ ਵੀ ਆਪਣੀ ਇਨਕਮ ਹੈ, ਮੋਸਟਲੀ ਆਪਾਂ ਦੇਖਦੇ ਹਾਂ ਵੀ ਜਿਹੜੇ ਹਾਈਲੀ ਇਨਕਮ ਅਰਨਰ ਪਰਸਨ ਹੈਗੇ ਆ, ਫਾਰ ਐਗਜ਼ਾਮਪਲ ਕਿਸੇ ਦੀ 100,000 ਇਨਕਮ ਹੈ, ਹਾਂਜੀ ਤਾਂ ਜੇ ਆਪਾਂ ਇੱਥੇ ਟੈਕਸ ਬ੍ਰੈਕਟ ਦੇਖਦੇ ਹਾਂ ਤਾਂ 30 to 40% ਟੈਕਸ ਬ੍ਰੈਕਟ ਦੇ ਵਿੱਚ ਉਹ ਆਉਂਦੇ ਨੇ ਸਭ ਲੋਕ। ਹਾਂਜੀ 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 ਤਾਂ ਅਸੀਂ ਮੈਂ ਐਜ਼ ਏ ਫਾਈਨੈਂਸ਼ੀਅਲ ਐਡਵਾਈਜ਼ਰ ਕੰਮ ਕਰ ਰਹੀ ਹਾਂ ਪਿਛਲੇ 10 ਸਾਲ ਤੋਂ। ਸੋ ਅਸੀਂ ਸਾਰੇ ਜਿਹੜੇ ਹਾਈਲੀ ਪੇਡ ਜਿਹੜੇ ਪਰਸਨ ਹੈਗੇ ਆ, EMPLOYEES ਹੈਗੇ ਆ, ਬੇਸਿਕਲੀ ਜਿਹੜੇ ਪੇਰੋਲ ਦੇ ਉੱਪਰ ਹੈਗੇ ਆ, ਸੋ ਦੇ ਕੈਨ ਸੇਵ ਦੇਅਰ ਟੈਕਸਿਸ, ਆਪਦਾ ਟੈਕਸ ਬਚਾ ਸਕਦੇ ਆ ਜੇ ਉਹ ਆਪਣੇ ਨਾਮ ਤੇ ਇੱਕ RRSP ਰਜਿਸਟਰਡ ਰਿਟਾਇਰਮੈਂਟ ਸੇਵਿੰਗ ਪਲਾਨ ਜਾਂ ਫਿਰ ਸਪਾਊਸਲ RRSP ਉਹ ਲੈਂਦੇ ਆ। ਤਾਂ ਅੱਛਾ ਜੀ, ਫਾਰ ਐਗਜ਼ਾਮਪਲ ਸਪਾਊਸ ਜਿਹੜੇ ਹੈਗੇ ਆ ਉਹ ਘਰ ਰਹਿੰਦੇ ਆ, ਹਸਬੈਂਡ ਕੰਮ ਤੇ ਜਾਂਦੇ ਆ, ਸੋ ਦੇयर ਇਜ਼ ਅ ਹਿਊਜ ਡਿਫਰੈਂਸ ਬਿਟਵੀਨ ਦਾ ਇਨਕਮ ਆਫ ਸਪਾਊਸ। ਸੋ ਜੇ ਉਹ ਸਪਾਊਸਲ RRSP ਲੈ ਲੈਂਦੇ ਆ ਤਾਂ ਦੈਨ ਉਹ ਉਹਨਾਂ ਨੂੰ ਬੈਨੀਫਿਟ ਦਿੰਦੀ ਆ, ਔਰ ਜਿਸ ਸਾਲ ਤੇ ਉਹ ਇਨਕਮ ਘੱਟ ਹੈ ਉਹਨਾਂ ਦੀ ਦੇ ਕੈਨ ਯੂਜ਼ ਦੈਟ ਮਨੀ। ਬੇਸਿਕਲੀ ਜਿਹੜਾ RRSP ਹੈ ਇੱਕ ਟੈਕਸ ਡੈਫਰਲ ਸਕੀਮ ਹੈ, ਨੋਟ ਆਪਾਂ ਟੈਕਸ ਐਲੀਮੀਨੇਟ ਨਹੀਂ ਕਰ ਸਕਦੇ। ਉਹ ਅੱਜ ਨਹੀਂ ਦਿੱਤਾ, ਸਾਨੂੰ ਦੇਣਾ ਜ਼ਰੂਰ ਪਏਗਾ, ਪਰ ਅੱਜ ਅਸੀਂ ਹਾਈ ਇਨਕਮ ਟੈਕਸ ਬ੍ਰੈਕਟ ਦੇ ਵਿੱਚ ਆ, ਕੱਲ ਨੂੰ ਅਸੀਂ ਜਿੱਦਾਂ ਫਾਰ ਐਗਜ਼ਾਮਪਲ ਕੋਵਿਡ ਵਿੱਚ ਸਭ ਦੇ ਕੰਮ ਘਟ ਗਏ, ਤਾਂ ਹੁਣ ਮੰਨ ਲਓ ਕਿਸੇ ਦੇ ਜੇ RRSP ਵਿੱਚ ਕੁਝ ਪੈਸੇ ਪਏ ਆ, ਦੇ ਕੈਨ ਯੂਜ਼ ਦੈਟ ਮਨੀ। ਹਾਂਜੀ, ਉਹਨਾਂ ਨੂੰ ਟੈਕਸ ਥੋੜਾ ਦੇਣਾ ਪਏਗਾ ਤੇ ਉਹ ਇਨਕਮ ਦੇ ਵੱਲ ਤੁਹਾਡੀ ਕਾਊਂਟ ਹੋ ਜਾਂਦਾ ਹੈ ਉਹ ਅਮਾਉਂਟ ਜਿਹੜਾ ਕਿ ਤੁਸੀਂ RRSP 'ਚ ਪਾਇਆ। ਹਾਂਜੀ, ਮਤਲਬ ਟੋਟਲ ਤੁਹਾਡੀ ਇਨਕਮ ਹੀ ਸ਼ੋ ਹੁੰਦੀ ਹੈ, ਬਟ ਜਿਹੜੀ ਟੈਕਸੇਬਲ ਇਨਕਮ ਹੈਗੀ ਆ ਉਹਦੇ ਵਿੱਚ ਉਹ ਤੁਹਾਨੂੰ ਕਹਿ ਲਓ ਵੀ ਉਹ ਪੈਸੇ ਸੇਵ ਹੋ ਗਏ। ਤੇ ਜਿਹੜੀ ਬਹੁਤ ਵਧੀਆ ਚੀਜ਼ ਹੈ RRSP ਦੀ ਉਹ ਹੈਗਾ ਵੀ ਜਿਹੜੇ ਲੋਕ ਕਿਰਾਏ ਤੇ ਰਹਿ ਰਹੇ ਆ ਇਸ ਵੇਲੇ ਜਾਂ ਜਿਨ੍ਹਾਂ ਕੋਲ ਆਪਣਾ ਘਰ ਨਹੀਂ ਲਿਆ ਹੋਇਆ, ਸੋ ਉਹਨਾਂ ਲਈ ਇਹ ਹੋਮ ਬਾਇਰ ਪਲਾਨ ਜਿਹੜਾ ਫਸਟ ਟਾਈਮ ਹੋਮ ਬਾਇਰ ਪਲਾਨ ਦੇ ਅੰਡਰ ਉਹ ਸਾਰੇ ਦੇ ਸਾਰੇ ਪੈਸੇ ਬਿਨਾਂ ਇੱਕ ਵੀ ਡਾਲਰ ਕਟਵਾਏ ਆਪਦੇ ਲੈ ਸਕਦੇ। ਸੋ ਈਵਨ ਜਿਹੜੀ ਤੁਸੀਂ ਪਹਿਲਾਂ ਗੱਲ ਕੀਤੀ ਕਿ RRSP ਇੱਕ ਟੈਕਸ ਡੈਫਰਲ ਚੀਜ਼ ਹੈਗੀ ਹੈ, ਪਰ ਟੈਕਸ ਐਲੀਮੀਨੇਸ਼ਨ ਵਾਲੀ ਗੱਲ ਨਹੀਂ ਹੈ। ਤੇ ਪਰ ਅਗਰ ਤੁਸੀਂ ਉਹ RRSP ਕੱਢ ਕੇ ਆਪਣੇ ਫਸਟ ਟਾਈਮ ਹੋਮ ਬਾਇੰਗ ਦੇ ਵਿੱਚ ਡਾਊਨ ਪੇਮੈਂਟ ਵੱਲ ਪਾ ਰਹੇ ਹੋ ਤਾਂ ਤੁਹਾਨੂੰ ਉਹ ਕੱਢਣ ਵੇਲੇ ਉਹਦੀ ਟੈਕਸ ਨਹੀਂ ਪਏਗਾ। ਹਾਂਜੀ, ਬਿਲਕੁਲ ਤੁਹਾਨੂੰ ਟੈਕਸ ਨਹੀਂ ਦੇਣਾ ਪਏਗਾ, ਔਰ ਜਿਹੜੇ ਉਹ ਤੁਸੀਂ ਪੈਸੇ ਲਏ ਨੇ ਉਹਨੂੰ 15 ਸਾਲ ਦੇ ਵਿੱਚ ਮਤਲਬ 15% ਜਿਹੜਾ ਮਤਲਬ ਜੋ ਵੀ ਤੁਹਾਡਾ, ਫਾਰ ਐਗਜ਼ਾਮਪਲ ਤੁਸੀਂ $15,000 ਲਿਆ ਤਾਂ ਤੁਸੀਂ $1,000 ਪਰ ਈਅਰ ਦੇ ਹਿਸਾਬ ਨਾਲ ਆਪਦੇ ਅਕਾਊਂਟ ਵਿੱਚ ਵਾਪਸ ਜਮ੍ਹਾਂ ਕਰ ਦਿਓ। ਉਹ ਅੱਛਾ ਜੀ, ਠੀਕ ਹੈ। ਜੇ ਤੁਸੀਂ ਨਹੀਂ ਜਮ੍ਹਾਂ ਕਰਨਾ ਚਾਹੁੰਦੇ ਤੁਸੀਂ $1,000 ਜਿਹੜਾ ਤੁਹਾਡੇ ਪਰ ਈਅਰ ਇਨਕਮ ਐਡ ਹੋ ਜਾਏਗੀ। ਠੀਕ ਹੈ ਜੀ, ਠੀਕ ਹੈ ਠੀਕ ਹੈ ਜੀ। ਜੀ, ਇਹ ਤਾਂ ਉਹ RRSP ਦਾ ਮਤਲਬ ਹੋ ਗਿਆ, ਇੱਕ ਜਿਹੜੀ ਆਪਾਂ ਨੌਲੇਜ ਕਹਿ ਸਕਦੇ ਹਾਂ। ਪਰ ਜਿਹੜੀ ਆਪਾਂ ਗੱਲ ਕਰ ਰਹੇ ਸੀਗੇ ਸੁਪਰ ਵੀਜ਼ਾ ਇੰਸ਼ੋਰੈਂਸ ਦੀ, ਸੋ ਕੈਨੇਡੀਅਨ ਗਵਰਨਮੈਂਟ ਵੱਲੋਂ ਇੱਕ ਰਿਕੁਆਇਰਮੈਂਟ ਹੈ 365 ਡੇਜ਼ ਦੀ ਇੰਸ਼ੋਰੈਂਸ ਹੋਣੀ ਚਾਹੀਦੀ ਹੈ, $1,00,000 ਦੀ ਹੋਣੀ ਚਾਹੀਦੀ ਹੈ। ਠੀਕ ਹੈ ਜੀ। ਔਰ ਜਿਹੜੀ ਵੱਡੀ ਗੱਲ ਜੋ ਇਹ ਗਵਰਨਮੈਂਟ ਦੀਆਂ ਦੋ ਰਿਕੁਆਇਰਮੈਂਟਸ ਹੈਗੀਆਂ ਨੇ ਔਰ ਕੈਨੇਡੀਅਨ ਕੰਪਨੀ ਤੋਂ ਹੋਣੀ ਚਾਹੀਦੀ ਹੈ। ਹਾਂਜੀ, ਠੀਕ ਹੈ ਜੀ। ਠੀਕ ਹੈ, ਸੋ ਤੁਹਾਡੇ ਕੋਲ ਇੱਕ ਆਪਸ਼ਨ ਬਚਦੀ ਹੈ ਜਿਹੜਾ ਆਪਾਂ ਪ੍ਰੀਮੀਅਮ ਜਿਹੜਾ ਕਿ ਆਪਾਂ ਪੈਸੇ ਦੇਣੇ ਆ, ਮੰਨ ਲਓ ਅਸੀਂ $1,00,000 ਦੀ ਫਾਰ ਐਗਜ਼ਾਮਪਲ ਆਪਣੇ ਪੇਰੈਂਟਸ ਦੀ ਜਿਹੜੀ ਏਜ ਹੈ 60 ਤੋਂ ਅਬਵ ਹੈਗੀ ਆ, ਫਾਰ ਐਗਜ਼ਾਮਪਲ 56, 58, 60, 65, ਸੋ ਐਵਰੇਜ ਇੱਕ ਜੇ ਕਿਸੇ ਵੀ ਪੇਰੈਂਟਸ ਦੀ ਜਿਹੜੀ ਮੈਡੀਕਲ ਕੰਡੀਸ਼ਨ ਹੈਗੀ ਆ ਉਹ
ਬਿਲਕੁਲ ਠੀਕ ਹੈ, ਕੋਈ ਮੈਡੀਸਨ ਨਹੀਂ ਲੈਂਦੇਗੇ ਔਰ ਪਿਛਲੇ ਲਾਸਟ 6 ਮੰਥ ਤੋਂ ਡਾਕਟਰ ਕੋਲੇ ਲਾਈਕ ਕੋਈ ਵੀ ਮੈਡੀਸਨ ਦੇ ਵਿੱਚ ਚੇਂਜ ਨਹੀਂ ਹੈ, ਜੇ ਕੋਈ ਦਵਾਈ ਲੈ ਵੀ ਰਹੇ ਹੈਗੇ ਆ। ਸੋ ਇਸ ਨੂੰ ਪ੍ਰੀ ਐਗਜ਼ਿਸਟਿੰਗ ਕੰਡੀਸ਼ਨ ਕਹਿ ਦਿੰਦੇ ਆ ਜੇ ਕੋਈ ਉਹ ਸ਼ੂਗਰ ਜਾਂ ਬਲੱਡ ਪ੍ਰੈਸ਼ਰ ਦੀ ਕੋਈ ਮੈਡੀਸਨ ਲੈਂਦੇ ਆ। ਹਾਂਜੀ, ਜੇ ਉਹ ਕੋਈ ਵੀ ਮੈਡੀਸਨ ਨਹੀਂ ਲੈਂਦੇ ਤਾਂ ਆਪਾਂ ਉਹਨੂੰ ਕਹਿੰਦੇ ਨਾਨ ਪ੍ਰੀ ਐਗਜ਼ਿਸਟਿੰਗ ਕੰਡੀਸ਼ਨ, ਵੀ ਕੁਝ ਵੀ ਨਹੀਂ ਹੈ, ਦੇ ਆਰ ਹੈਲਦੀ। ਰਾਈਟ। ਸੋ ਹੈਲਥ ਦੇ ਉੱਪਰ ਡਿਪੈਂਡ ਕਰਦਾ ਸਾਡਾ ਕਿੰਨਾ ਪ੍ਰੀਮੀਅਮ ਬਣੇਗਾ, ਕਿੰਨੇ ਪੈਸੇ ਦੇਣੇ ਆ। ਸੋ ਅਸੀਂ ਇਹ ਨਹੀਂ ਸੋਚਣਾ ਵੀ 1 ਲੱਖ ਦੀ ਇੰਸ਼ੋਰੈਂਸ ਲੈਣੀ ਹੈ ਤਾਂ ਹੋ ਸਕਦਾ ਤੁਹਾਨੂੰ $1 ਲੱਖ ਦੇਣਾ ਪਵੇ, ਏਦਾਂ ਨਹੀਂ ਹੈ। ਉਹ $1000 ਦੀ ਆ ਜਾਂਦੀ ਹੈ ਬੇਸਿਕਲੀ ਇੱਕ ਐਵਰੇਜ ਜਿਹੜੀ ਸੁਪਰ ਵੀਜ਼ਾ ਇੰਸ਼ੋਰੈਂਸ ਹੈਗੀ ਆ। ਡਿਪੈਂਡਿੰਗ ਔਨ ਏਜ ਰੇਟ ਦਾ ਫਰਕ ਪੈਂਦਾ ਜੀ, ਡਿਪੈਂਡਿੰਗ ਔਨ ਹੈਲਥ ਰੇਟ ਦਾ ਜ਼ਰੂਰ ਫਰਕ ਪਏਗਾ। ਹਾਂਜੀ, ਮੋਰ ਓਵਰ ਡਿਪੈਂਡਿੰਗ ਔਨ ਦਾ ਡਿਡਕਟੇਬਲ, ਤੁਸੀਂ ਕਿੰਨੇ ਪੈਸੇ ਫਸਟ ਪੇ ਕਰ ਸਕਦੇ ਹੋ। ਸੋ 3 ਚੀਜ਼ਾਂ ਜਿਹੜਾ ਹੈਗਾ ਇਹ ਫੈਕਟਰ ਹੈ। ਹਾਂਜੀ, ਤੇ ਆਈ ਥਿੰਕ ਜਿਹੜੇ ਉਹਨਾਂ ਦੀ ਜਿਹੜੀ ਸਮੋਕਿੰਗ ਹੈਬਿਟਸ ਹੈ ਕਿ ਨਹੀਂ ਹੈਗੀਆਂ, ਇਹਨਾਂ ਚੀਜ਼ਾਂ ਤੇ ਵੀ ਡਿਪੈਂਡੈਂਟ ਹੁੰਦਾ ਹੋਏਗਾ ਕੁਝ? ਨਹੀਂ, ਜਿਹੜੀ ਸੁਪਰ ਵੀਜ਼ਾ ਇੰਸ਼ੋਰੈਂਸ ਆ ਉਹ ਨਹੀਂ ਡਿਪੈਂਡ ਕਰਦੀ ਸਮੋਕਿੰਗ ਤੇ ਅਲਕੋਹਲ ਤੇ, ਬਸ ਉਹਦੇ 'ਚ ਸਿਰਫ ਇੰਨਾ ਹੀ ਪੁੱਛਦੇ ਆ ਕਿ ਤੁਹਾਡੇ ਪਿਛਲੇ 5 ਸਾਲਾਂ ਵਿੱਚ ਜਾਂ ਪਿਛਲੇ 10 ਸਾਲ ਵਿੱਚ ਜਿੱਦਾਂ ਸਟੈਂਟ ਵਗੈਰਾ ਕਿਸੇ ਦੇ ਪੈਂਦੇ ਆ ਪੇਰੈਂਟਸ ਦੇ, ਜਾਂ ਆਪਾਂ ਕਹਿੰਦੇ ਕੋਈ ਮੈਡੀਕਲ ਹਿਸਟਰੀ ਵਿੱਚ ਕੋਈ ਚੇਂਜ ਹੈ, ਕੋਈ ਵੱਡਾ ਆਪਰੇਸ਼ਨ ਹੋਇਆ, ਸੋ ਇਹੀ ਚੀਜ਼ਾਂ ਪੁੱਛਦੇ ਨੇ। ਸੋ ਜੇ ਸਮੋਕਰ ਨਾਨ ਸਮੋਕਰ ਦੀ ਗੱਲ ਕਰਦੇ ਆ, ਉਹ ਸਾਡੇ ਲਾਈਫ ਇੰਸ਼ੋਰੈਂਸ ਦੇ ਕ੍ਰਿਟੀਕਲ ਡਿਸੇਬਿਲਿਟੀ ਜਿਹੜੀ ਆਪਾਂ ਕੈਨੇਡਾ 'ਚ ਇੰਸ਼ੋਰੈਂਸ ਕਰਦੇ ਆ ਉਸ ਚੀਜ਼ ਤੇ ਉਹਦਾ ਬਹੁਤ ਅਸਰ ਹੈ। ਠੀਕ ਹੈ ਜੀ। ਸੋ ਜਿਹੜੀ ਆਪਾਂ ਮੈਡੀਕਲ ਇੰਸ਼ੋਰੈਂਸ ਲੈਂਦੇ ਆ, ਲੈਟਸ ਸੇ $1 ਲੱਖ ਦੀ ਮੈਡੀਕਲ ਇੰਸ਼ੋਰੈਂਸ ਲੈ ਲਈ ਹੈ, ਉਹਦੇ ਵਿੱਚ ਫੋਰ ਐਗਜ਼ਾਮਪਲ ਕਿਹੋ ਜਿਹੀਆਂ ਕਵਰੇजेस ਹੁੰਦੀਆਂ ਨੇ, ਕੀ ਚੀਜ਼ਾਂ ਕਵਰਡ ਹੋਣਗੀਆਂ? ਜਸਟ ਇਨ ਐਗਜ਼ਾਮਪਲ, ਮਤਲਬ ਮੈਂ ਆਮ ਸ਼ੋਰ ਤੁਸੀਂ ਸਾਰਾ ਕੁਝ ਤਾਂ ਨਹੀਂ ਦੱਸ ਸਕਦੇ। ਇਹ ਇੱਕ ਐਮਰਜੈਂਸੀ ਮੈਡੀਕਲ ਇੰਸ਼ੋਰੈਂਸ ਹੈ ਜੀ। ਕਿਸੇ ਤਰ੍ਹਾਂ ਦੀ ਕੋਈ ਵੀ ਐਮਰਜੈਂਸੀ ਆ ਜਾਂਦੀ ਹੈ, ਬੰਦਾ ਹਸਪੀਟਲ ਐਡਮਿਟ ਹੁੰਦਾ ਤਾਂ ਕੰਪਨੀ ਇਜ਼ ਗੋਇੰਗ ਟੂ ਕਵਰ ਦੈਮ। ਠੀਕ ਹੈ। ਹੁਣ ਮੈਂ ਇੱਕ ਐਗਜ਼ਾਮਪਲ ਦਿੰਦੀ ਹਾਂ, ਜੇ ਕਿਸੇ ਨੂੰ ਇੱਥੇ ਸਟੈਂਟ ਪਿਆ ਸੀਗਾ ਮੇਰੇ ਕਲਾਇੰਟ ਨੂੰ ਐਂਡ ਹੀ ਸਟੇਡ ਇਨ ਦਾ ਹਸਪੀਟਲ ਫॉर 3-4 ਡੇਜ਼, ਤਾਂ ਉਹਨਾਂ ਦਾ ਜਿਹੜਾ ਬਿੱਲ ਆ 45,000 ਦਾ ਬਣਿਆ ਸੀ। ਠੀਕ ਹੈ ਜੀ। ਕਿਸੇ ਦੀ ਲੈਗ ਬ੍ਰੇਕ ਹੋ ਗਈ ਸੀਗੀ ਤਾਂ ਉਹਨਾਂ ਨੂੰ ਕੁਝ ਦਿਨ ਹਸਪੀਟਲ ਰਹਿਣਾ ਪਿਆ, ਫ੍ਰੈਕਚਰ ਸੀਗਾ, 25,000 ਦਾ ਕਲੇਮ ਸੀਗਾ। ਹਾਂਜੀ, ਹਾਂਜੀ। ਜੇ ਆਪਾਂ ਕਹੀਏ ਕਿਸੇ ਨੂੰ ਬ੍ਰੇਨ ਹੈਮਰੇਜ ਹੋ ਗਿਆ ਸੀ, ਦੇ ਸਟੇਡ ਇਨ ਦਾ ਹਸਪੀਟਲ ਫॉर 1.5 month, ਰਾਈਟ? ਸੋ ਇੱਕ ਦਿਨ ਦਾ ਜਿਹੜਾ ਇੱਥੇ ICU ਦਾ ਖਰਚਾ ਉਹ $22,000 ਹੈ ਜੀ। ਹਾਂਜੀ। ਔਰ ਇੱਕ ਦਿਨ ਦਾ ਜੇ ਆਪਾਂ ਤੁਸੀਂ ਕਹਿੰਦੇ ਹੋ ਐਮਰਜੈਂਸੀ ਤੁਸੀਂ ਇੱਕ ਵਾਰੀ ਦਿਖਾਣ ਹੀ ਜਾਂਦੇ ਹੋ ਤਾਂ $1,044 ਲਾਈਕ $1,044 ਹੈਗੇ। ਹਾਂਜੀ, ਦੈਟਸ ਟਰੂ, ਬਿਲਕੁਲ 100% ਕਰੈਕਟ ਹੈ। ਇੱਕ ਵਾਰੀ ਮੇਰੇ ਮਮ ਆਏ ਸੀ ਵਿਜ਼ਿਟ ਕਰਨ ਵਾਸਤੇ ਤੇ ਉਹਨਾਂ ਨੂੰ ਸਾਨੂੰ ਹਸਪੀਟਲ ਲੈ ਕੇ ਜਾਣਾ ਪਿਆ ਐਂਡ ਹਰ ਦਿਨ ਦੇ $1,100 ਅਸੀਂ ਦਿੰਦੇ ਸੀਗੇ, ਐਂਡ ਦੈਟ ਵਾਸ ਇਨ ਕੈਲਗਰੀ। ਹਾਂਜੀ, ਤੇ ਸੋ ਆਪਾਂ ਨੂੰ ਇਹ ਤਾਂ ਪਤਾ ਨਹੀਂ ਕਿ ਇਨਸਾਨ ਆਇਆ ਕਿਤੇ ਵੀ ਸੱਟ ਲੱਗ ਸਕਦੀ ਹੈ, ਤੁਸੀਂ ਵਾਸ਼ਰੂਮ 'ਚ ਸਲਿਪ ਕਰ ਸਕਦੇ ਹੋ, ਅਗਰ ਤੁਸੀਂ ਸਰਦੀ 'ਚ ਆਏ ਹੋ ਤੁਸੀਂ ਸਨੋ ਤੇ ਸਲਿਪ ਕਰ ਸਕਦੇ ਹੋ, ਕੋਈ ਵੀ ਚੀਜ਼ ਪੋਸੀਬਲ ਹੈਗੀ ਹੈ। ਸੋ ਉਹਦੇ ਵਿੱਚ ਅਨਫੋਰਸੀਨ ਸਰਕਮਸਟੈਂਸਿਸ ਨੂੰ ਕਵਰ ਕਰਨ ਵਾਸਤੇ ਆਈ ਥਿੰਕ ਇੰਸ਼ੋਰੈਂਸ ਲੈਣੀ ਬਹੁਤ ਜ਼ਰੂਰੀ ਹੈ ਔਰ ਮੈਂਡੇਟਰੀ ਹੈ ਸੁਪਰ ਵੀਜ਼ਾ ਦੇ ਨਾਲ। ਤੇ ਆਪਾਂ $1 ਲੱਖ ਤੋਂ ਜ਼ਿਆਦਾ ਵੀ ਕਵਰੇਜ ਲੈ ਸਕਦੇ ਹਾਂ? ਬਿਲਕੁਲ ਜੀ, ਤੁਸੀਂ ਕੁਝ ਕੰਪਨੀਆਂ $1.5 ਲੱਖ ਮੈਕਸਿਮਮ ਦਿੰਦੀਆਂ, ਕੁਝ 2 ਲੱਖ ਤੱਕ ਦਿੰਦੀਆਂ, ਔਰ ਮੈਕਸਿਮਮ ਜਿਹੜੀ ਸੁਪਰ ਵੀਜ਼ਾ ਇੰਸ਼ੋਰੈਂਸ ਹੈਗੀ ਉਹ $3 ਲੱਖ ਤੱਕ ਹੈ। ਮੈਕਸਿਮਮ $3 ਲੱਖ ਤੱਕ ਹੈ ਜੀ। ਤੇ ਇੱਥੇ ਜਿਹੜੀ ਤੁਸੀਂ ਕਹੀ ਗੱਲ ਕਿ ਕੈਨੇਡੀਅਨ ਕੰਪਨੀ ਤੋਂ ਲੈਣੀ ਹੈ, ਤੇ ਯਾਨੀ ਜਿਹੜੇ ਬੱਚੇ ਜਿਹੜੇ ਅਪਲਾਈ ਕਰ ਰਹੇ ਨੇ ਉਹ ਬਾਏ ਕਰਨਗੇ ਉਸ ਚੀਜ਼ ਨੂੰ ਇੱਥੇ? ਬਿਲਕੁਲ ਜੀ, ਉਹਨਾਂ ਦੇ ਬੱਚੇ ਹੀ ਅਪਲਾਈ ਕਰਦੇ ਆ। ਔਰ ਜੇ ਮੰਨ ਲਓ ਫॉर ਐਗਜ਼ਾਮਪਲ ਕਿਸੇ ਦੇ ਫਾਦਰ ਐਂਡ ਮਦਰ ਆ ਰਹੇ ਆ ਔਰ ਮੰਨ ਲਓ ਉਹਨਾਂ ਦੀ ਏਜ ਹੈਗੀ 75 ਏਜ, ਠੀਕ ਹੈ ਜੀ, ਤਾਂ ਉਹਨਾਂ ਦੀ ਇੰਸ਼ੋਰੈਂਸ ਕਾਫੀ ਐਕਸਪੈਂਸਿਵ ਹੋ ਜਾਂਦੀ ਹੈ। ਸੋ ਆਪਾਂ ਸੋਚੀਏ ਵੀ ਮੰਨ ਲਓ $4-5,000 ਇੱਕ ਬੰਦੇ ਦੇ ਦੇਣੇ ਆ ਤਾਂ ਬੇਸਿਕਲੀ $8,000 ਤੋਂ $10,000 ਬਣ ਗਿਆ। ਸੋ ਇਟਸ ਨਾਟ ਐਵਰੀਬਾਡੀ ਬਜਟ ਵੀ ਤੁਸੀਂ $8,000 ਤੋਂ $10,000 ਜਿਹੜਾ ਹੈਗਾ ਤੁਸੀਂ ਇਕੱਠਾ ਦੇ ਸਕਦੇ ਹੋ। ਸੋ ਦੇयर ਇਜ਼ ਅ ਆਪਸ਼ਨ ਫਰੋਮ ਡਿਫਰੈਂਟ ਕੰਪਨੀਜ਼, ਉਹ ਤੁਸੀਂ ਮੰਥਲੀ ਵੀ ਬੈਨੀਫਿਟ ਆਪਦਾ ਲਾਈਕ ਤੁਸੀਂ ਪ੍ਰੀਮੀਅਮ ਪੇ ਕਰ ਸਕਦੇ ਹੋ ਔਰ ਤੁਸੀਂ ਸਿਰਫ 2 ਮਹੀਨੇ ਦਾ ਪ੍ਰੀਮੀਅਮ ਦੇ ਕੇ ਲਾਈਕ 2 ਮਹੀਨੇ ਦੀ ਜਿਹੜੀ ਪੇਮੈਂਟ ਦੇ ਕੇ ਤੁਸੀਂ ਆਪਦੀ ਸੁਪਰ ਵੀਜ਼ਾ ਦੀ ਇੰਸ਼ੋਰੈਂਸ ਬਾਈ ਕਰ ਲਈ। ਜਦੋਂ ਤੁਹਾਡੇ ਪੇਰੈਂਟਸ ਲੈਂਡ ਹੁੰਦੇ ਨੇ ਇੱਥੇ ਤਾਂ ਉਦੋਂ ਤੁਹਾਡੇ ਪ੍ਰੀਮੀਅਮ ਲੈਂਦੇ ਨੇ। ਉਦੋਂ ਫਿਰ ਤੁਸੀਂ ਪੂਰੇ ਪੈਸੇ ਦੇਣੇ ਹੁੰਦੇ ਆ? ਨਹੀਂ ਜੀ, ਥਰਡ ਪ੍ਰੀਮੀਅਮ ਲਾਈਕ ਉਹਨੂੰ 12 ਮਹੀਨਿਆਂ 'ਚ ਡਿਵਾਈਡ ਕਰ ਦਿੰਦੇ ਆ ਤਾਂ 2 ਮਹੀਨੇ ਦਾ ਪ੍ਰੀਮੀਅਮ ਪਹਿਲਾਂ ਲੈ ਲਿਆ, ਉਸ ਤੋਂ ਬਾਅਦ ਹੁਣ 10 ਮਹੀਨਿਆਂ ਦਾ ਪ੍ਰੀਮੀਅਮ 10 ਮੰਥ ਵਿੱਚ ਦੇਣਾ। ਉਹ ਅੱਛਾ, ਫਿਰ ਮਤਲਬ ਇਟਸ ਪੋਸੀਬਲ ਕਿ ਆਪਾਂ ਇੰਸਟਾਲਮੈਂਟਸ 'ਚ ਦੇ ਦਈਏ? ਤੁਸੀਂ ਦੇ ਸਕਦੇ ਹੋ। ਔਰ ਫॉर ਐਗਜ਼ਾਮਪਲ ਚੌਥੇ ਜਾਂ 5ਵੇਂ ਮਹੀਨੇ ਕਹਿੰਦੇ ਜੀ ਅਸੀਂ ਤਾਂ ਵਾਪਸ ਜਾਣਾ, ਅਸੀਂ ਸਾਡਾ ਮਨ ਨਹੀਂ ਲੱਗਿਆ, ਤਾਂ ਜਿਹੜੇ ਤੁਸੀਂ 2 ਮਹੀਨਿਆਂ ਦੇ ਪੈਸੇ ਦਿੱਤੇ ਹੋਏ ਆ ਪਹਿਲਾਂ ਉਹ ਵਾਪਸ ਦੇ ਦਿੰਦੀ ਹੈ। ਅੱਛਾ, ਜਿਹੜੇ ਪਹਿਲਾਂ 2 ਮਹੀਨਿਆਂ ਦੇ ਦਿੱਤੇ ਉਹ ਵਾਪਸ ਆ ਜਾਣਗੇ? ਹਾਂਜੀ। ਸੋ 2 ਮਹੀਨੇ ਅਰਲੀ ਲੈਣੀ ਪੈਂਦੀ ਹੈ ਪੇਰੈਂਟਸ ਦੇ ਆਉਣ ਤੋਂ? ਜਿਹੜੀ
ਜਦੋਂ ਤੁਸੀਂ ਅਪਲਾਈ ਕਰਨਾ ਹੈ ਸੁਪਰ ਵੀਜ਼ਾ ਅਪਲਾਈ ਕਰਨ ਦੇ ਨਾਲ ਇੰਸ਼ੋਰੈਂਸ ਲੱਗਦੀ ਹੈ ਜੀ, ਮੈਂਡੇਟਰੀ। ਠੀਕ ਹੈ। ਹੁਣ ਫਾਰ ਐਗਜ਼ਾਮਪਲ ਇੱਕ ਪੇਰੈਂਟ ਇੱਥੇ ਆਲਰੇਡੀ 1 ਸਾਲ ਹੋ ਗਿਆ, ਤਾਂ ਉਹ ਅੱਗੇ 1 ਸਾਲ ਹੋਰ ਇੱਥੇ ਰਹਿਣਾ ਚਾਹੁੰਦੇ ਆ, ਦੈਨ ਦੇ ਹੈਵ ਟੂ ਬਾਈ ਪਾਲਿਸੀ ਅਗੇਨ। ਉਹ ਦੇ ਹੈਵ ਟੂ ਬਾਈ ਦ ਪਾਲਿਸੀ ਅਗੇਨ, ਮਤਲਬ ਇਹ ਅਗਲੇ ਸਾਲ ਆਪਣੇ ਆਪ ਕੰਟੀਨਿਊ ਨਹੀਂ ਹੋਏਗੀ। ਕੁਝ ਪਾਲਿਸੀ ਹੈ ਜਿਨ੍ਹਾਂ ਵਿੱਚ ਤੁਸੀਂ ਆਪਸ਼ਨ ਪਾ ਸਕਦੇ ਹੋ ਵੀ ਆਪਣੇ ਆਪ ਉਹ ਦੂਸਰਾ ਸਾਲ ਸ਼ੁਰੂ ਹੋ ਜਾਏ ਆਪਣੇ ਆਪ, ਪਰ ਮੋਸਟਲੀ ਜਿਹੜੀਆਂ ਹੈਗੀਆਂ ਕੰਪਨੀਆਂ ਉਹ ਆਪਾਂ ਦੁਬਾਰਾ ਹੀ ਸੁਪਰ ਵੀਜ਼ਾ ਇੰਸ਼ੋਰੈਂਸ ਬਾਈ ਕਰਦੇ। ਠੀਕ ਹੈ ਜੀ। ਸੋ ਇਹ ਵੀ ਤੁਸੀਂ ਕਵਰ ਕਰ ਦਿੱਤਾ ਕਿ ਇੱਕਦਮ ਸਾਰਾ ਖਰਚਾ ਬੀਅਰ ਕਰਨ ਦੀ ਜ਼ਰੂਰਤ ਨਹੀਂ ਹੈ, ਉਹਨੂੰ ਤੁਸੀਂ ਡਿਵਾਈਡ ਕਰ ਸਕਦੇ ਹੋ। ਦੈਟ ਇਜ਼ ਪੋਸੀਬਲ, ਕਿਉਂਕਿ ਆਬਵੀਅਸਲੀ ਐਵਰੇਜ ਬੰਦੇ ਲਈ ਥੋੜਾ ਜਿਹਾ ਜ਼ਿਆਦਾ ਹੋ ਜਾਂਦਾ ਹੈ ਕਿ ਤੁਸੀਂ ਪੈਰੈਂਟਸ ਦੀ ਪ੍ਰੋਸੈਸਿੰਗ ਫੀ ਵੀ ਦੇਣੀ ਹੈ, ਉਹਨਾਂ ਦੀ ਟਿਕਟਸ ਵੀ ਖਰਚ ਹੋਣੀਆਂ ਨੇ, ਦੈਨ ਉਹਨਾਂ ਦੀ ਫਿਰ ਇੰਸ਼ੋਰੈਂਸ ਵੀ ਅਗਰ $1000 ਮਿਨੀਮਮ ਹੈਗੀ ਹੈ ਤੇ ਉਹ ਦੈਟ ਇਜ਼ ਅਨਦਰ $2000 ਔਨ ਟਾਪ ਆਫ, ਜੇ ਦੋਨੋਂ ਪੇਰੈਂਟਸ ਆ। ਯੂਜ਼ਲੀ ਮੈਂ ਆਪਣੇ ਕਲਾਇੰਟਸ ਨੂੰ ਇਦਾਂ ਆਪਾਂ ਜ਼ਰੂਰ ਗਾਈਡ ਕਰੀਦਾ ਵੀ ਜੇ ਮੰਨ ਲਓ ਤੁਸੀਂ $1000 ਦੀ ਪਾਲਿਸੀ ਐਗਜ਼ਾਮਪਲ ਹੈ, ਤੁਸੀਂ ਇਹਨੂੰ ਮੰਥਲੀ ਡਿਵਾਈਡ ਕਰ ਦਿਓ, ਤਾਂ ਮੰਥਲੀ ਵਾਲੀਆਂ ਜਿਹੜੀਆਂ ਕੰਪਨੀਆਂ ਨੇ ਉਹ ਆਬਵੀਅਸਲੀ ਜ਼ਿਆਦਾ ਚਾਰਜ ਕਰਦੀਆਂ। ਅੱਛਾ। ਤਾਂ ਫਾਰ ਐਗਜ਼ਾਮਪਲ ਤੁਸੀਂ $1300 ਤੋਂ $1500 ਦਿੱਤਾ ਉਹਨਾਂ ਨੂੰ, ਠੀਕ ਹੈ, ਸੋ ਵਾਈ ਨਾਟ ਤੁਸੀਂ ਉਹ $500 ਜਿਹੜਾ ਹੈਗਾ ਕਿਉਂ ਤੁਸੀਂ ਖਰਾਬ ਕਰਨਾ। ਇਟਸ ਬੈਟਰ ਤੁਸੀਂ ਬਾਏ ਫਸਟ ਹੈਂਡ ਤੇ ਤੁਸੀਂ ਬਾਏ ਕਰੋ, ਐਡਵਾਂਸ ਬਾਏ ਕਰੋ, ਤੁਸੀਂ ਕ੍ਰੈਡਿਟ ਕਾਰਡ ਜਾਂ ਲਾਈਨ ਆਫ ਕ੍ਰੈਡਿਟ ਯੂਜ਼ ਕਰ ਲਓ। ਲਾਈਨ ਆਫ ਕ੍ਰੈਡਿਟ ਵੀ ਜੇ ਆਪਾਂ ਯੂਜ਼ ਕਰਦੇ ਤਾਂ ਸਾਰੇ ਸਾਲ ਦੇ ਵਿੱਚ ਅਸੀਂ 500 ਵਿਆਜ ਨਹੀਂ ਦੇਣਾ ਪਊਗਾ, ਠੀਕ ਹੈ। ਸੋ ਇਟਸ ਆਲਵੇਜ਼ ਇਟ ਡਿਪੈਂਡ ਔਨ ਕੇਸ ਟੂ ਕੇਸ ਵੀ ਆਪਾਂ ਕਿੱਦਾਂ ਦੀ ਚੀਜ਼ ਕਿਹਨੂੰ ਆਪਾਂ ਦੇ ਸਕਦੇ ਹਾਂ। ਸੋ ਨਿਸ਼ੂ ਜੀ, ਤੁਸੀਂ ਕਸਟਮ ਸੋਲੂਸ਼ਨਸ ਕ੍ਰੀਏਟ ਕਰਦੇ ਹੋ ਲੋਕਾਂ ਲਈ, ਜਿਹੜੀ ਜਿੱਦਾਂ ਦੀ ਫਾਈਨੈਂਸ਼ੀਅਲ ਸਿਚੁਏਸ਼ਨ ਹੈ ਉਹਦੇ ਹਿਸਾਬ ਦੀ ਤੁਸੀਂ ਸਲਾਹ ਦੇ ਸਕਦੇ ਹੋ ਉਹਨਾਂ ਨੂੰ। ਬਿਲਕੁਲ ਜੀ, ਹਾਂਜੀ ਹਾਂਜੀ। ਸੋ ਦੈਟਸ ਵੈਰੀ ਨਾਈਸ ਟੂ ਨੋ ਨਿਸ਼ੂ ਜੀ। ਤੁਸੀਂ ਮੈਨੂੰ ਅਗਰ ਕਿਸੇ ਨੇ ਕੰਟੈਕਟ ਕਰਨਾ ਹੋਵੇ ਤੁਹਾਡੇ ਨਾਲ ਤੇ ਤੁਹਾਡੀ ਕੀ ਕੰਟੈਕਟ ਇਨਫੋਰਮੇਸ਼ਨ ਹੈਗੀ ਹੈ? ਹਾਂਜੀ, ਮੇਰਾ ਸੈੱਲ ਫੋਨ ਨੰਬਰ ਹੈਗਾ 2042186267, 20421862, ਜਾਂ ਫਿਰ ਮੇਰਾ ਈਮੇਲ ਆਈਡੀ ਜਿਹੜਾ ਹੈਗਾ ਮੇਰਾ ਲਾਸਟ ਨੇਮ ਫਸਟ ਨੇਮ @gmail.com, nishu like gumbar@gmail.com। ਤੁਸੀਂ ਇੰਟਰਨੈਟ ਤੇ ਸਰਚ ਕਰੋਗੇ ਨਿਸ਼ੂ ਗੁੰਬਰ, ਯੂ ਕੈਨ ਸੀ ਮਾਈ ਨੇਮ। ਠੀਕ ਹੈ ਜੀ, ਦੈਟਸ ਵੈਰੀ ਨਾਈਸ। ਇਹ ਤਾਂ ਮੰਨੀ ਹੋਈ ਗੱਲ ਹੈ ਕਿ ਤੁਸੀਂ ਬਹੁਤ ਸਾਰੇ ਲੋਕਾਂ ਦੀ ਹੈਲਪ ਕੀਤੀ ਹੈ ਇਸ ਮਾਮਲੇ ਦੇ ਵਿੱਚ, ਔਰ ਜਨਰਲੀ ਇੰਟਰਨੈਟ ਤੇ ਤੁਹਾਡੇ ਬਾਰੇ ਬਹੁਤ ਅੱਛਾ ਸੁਣਨ ਨੂੰ ਮਿਲਦਾ ਹੈ। ਇੰਟਰਨੈਟ ਤੇ ਕਿਉਂ ਅਸੀਂ ਜਦੋਂ 1-on-1 ਵੀ ਲੋਕਾਂ ਨੂੰ ਮਿਲਦੇ ਹਾਂ ਤੇ ਹਰ ਕੋਈ ਇਨਸਾਨ ਤੁਹਾਡੇ ਬਾਰੇ ਬਹੁਤ ਅੱਛੀ ਗੱਲ ਕਰਦਾ ਹੈ, ਕਿਉਂਕਿ ਅੱਛੀ ਸਲਾਹ ਦਿੰਦੇ ਹੋ, ਬਹੁਤ ਅੱਛਾ ਕੰਮ ਕਰਦੇ ਹੋ। ਨਿਸ਼ੂ ਜੀ, ਇਸ ਤੋਂ ਇਲਾਵਾ ਕੋਈ ਇਹੋ ਜਿਹਾ ਟੌਪ ਪੁਆਇੰਟ ਹੈ ਜਿਹੜਾ ਆਪਾਂ ਕਵਰ ਨਾ ਕੀਤਾ ਹੋਵੇ ਇਹਦੇ ਰਿਲੇਟਡ, ਸੁਪਰ ਵੀਜ਼ਾ ਇੰਸ਼ੋਰੈਂਸ ਦੇ ਰਿਲੇਟਡ, ਜਿਹੜੀ ਤੁਸੀਂ ਕਹਿਣਾ ਚਾਹੁੰਦੇ ਹੋ? ਅਸੀਂ ਹਮੇਸ਼ਾ ਇੱਕ ਹੀ ਗੱਲ ਕਹੀਦੀ ਹੈ, ਜਦੋਂ ਵੀ ਤੁਸੀਂ ਸੁਪਰ ਵੀਜ਼ਾ ਇੰਸ਼ੋਰੈਂਸ ਬਾਈ ਕਰਦੇ ਹੋ ਜਾਂ ਤੁਸੀਂ ਵਿਜ਼ਟਰ ਟੂ ਕੈਨੇਡਾ ਇੰਸ਼ੋਰੈਂਸ ਬਾਈ ਕਰਦੇ ਹੋ, ਤਾਂ ਜੋ ਵੀ ਤੁਹਾਡੇ ਕੁਐਸਚਨ ਦੇ ਆਨਸਰ ਤੁਹਾਨੂੰ ਪੁੱਛੇ ਜਾਣ ਉਹਨੂੰ ਕਲੀਅਰਲੀ ਤੇ ਕਰੈਕਟ ਆਨਸਰ ਤੁਸੀਂ ਦਿਓ, ਤਾਂ ਕਿ ਜਿਹੜਾ ਐਡਵਾਈਜ਼ਰ ਹੈ ਤੁਹਾਡੇ ਲਈ ਉਸ ਤਰ੍ਹਾਂ ਦੀ ਕੰਪਨੀ ਲੱਭ ਕੇ ਤੁਹਾਡੇ ਲਈ ਸੋਲੂਸ਼ਨ ਦੇ ਦੇਵੇ ਵਧੀਆ ਤਰੀਕੇ ਨਾਲ। ਕਿਉਂਕਿ ਜਦੋਂ ਕੱਲ ਨੂੰ ਕਲੇਮ ਆਣਾ ਫਿਰ ਆਪਾਂ ਕੋਈ ਵੀ ਨਹੀਂ ਚਾਹੁੰਦੇ ਵੀ ਕਲੇਮ ਨਾ ਮਿਲੇ, ਕਿਉਂਕਿ ਕਲੇਮ ਇੰਨੇ ਵੱਡੇ ਹੁੰਦੇ ਆ ਤਾਂ ਹੁੰਦੇ ਆ ਵੀ ਘਰ ਵਿਕ ਜਾਂਦੇ ਨੇ, ਰਾਈਟ। ਸੋ ਇਟਸ ਆਲਵੇਜ਼ ਬੈਟਰ ਤੁਸੀਂ ਕਲੀਅਰ ਐਂਡ ਕਰੈਕਟ ਆਨਸਰ ਦਿਓ, ਦੈਨ ਐਡਵਾਈਜ਼ਰ ਵੀ ਤੁਹਾਡੇ ਬਿਹਾਫ ਤੇ ਫਿਰ ਕੰਪਨੀ ਨਾਲ ਲੜ ਸਕਦਾ। ਹਾਂਜੀ, ਜਿਹੜੀ ਜਿੱਦਾਂ ਆਪਾਂ ਕਹਿੰਦੇ ਨੇ ਕਿ ਡਾਕਟਰ, ਲਾਇਰ, ਇਹਨਾਂ ਤੋਂ ਆਪਾਂ ਨੂੰ ਕੋਈ ਗੱਲ ਲੁਕਾਉਣੀ ਨਹੀਂ ਚਾਹੀਦੀ, ਫਿਰ ਇਸ ਕਰਕੇ ਇਸੇ ਤਰੀਕੇ ਇੰਸ਼ੋਰੈਂਸ ਐਡਵਾਈਜ਼ਰ ਤੋਂ ਕੋਈ ਗੱਲ ਲੁਕਾਵੋ ਨਾ। ਜਿੱਦਾਂ ਦੀ ਵੀ ਕੋਈ ਮੈਡੀਕਲ ਕੰਡੀਸ਼ਨ ਆ ਉਹ ਸੱਚੀ ਸੱਚੀ ਦੱਸੋ, ਕਿਉਂਕਿ ਰੱਬ ਨਾ ਕਰੇ ਅਗਰ ਤੁਹਾਨੂੰ ਜ਼ਰੂਰਤ ਪੜੇ ਕਲੇਮ ਕਰਨ ਦੀ ਤੇ ਉਸ ਵੇਲੇ ਤੁਹਾਨੂੰ ਕੋਈ ਔਕੜ ਨਾ ਆਵੇ, ਉਸ ਵੇਲੇ ਆਰਾਮ ਦੇ ਨਾਲ ਤੁਹਾਨੂੰ ਕਲੇਮ ਥਰੂ ਹੋ ਜਾਵੇ ਔਰ ਤੁਹਾਡੀ ਹੈਲਪ ਜਿਹਦੇ ਪਿੱਛੇ ਤੁਸੀਂ ਇੰਨੀ ਇੰਸ਼ੋਰੈਂਸ ਲੈ ਰਹੇ ਹੋ ਉਹ ਹੈਲਪ ਤੁਹਾਨੂੰ ਮਿਲ ਸਕੇ। ਬਿਲਕੁਲ। ਔਰ ਦੂਸਰੀ ਗੱਲ ਇਹ ਹੈ, ਜੇ ਬਾਈ ਚਾਂਸ ਕਲੇਮ ਆ ਗਿਆ ਤੁਸੀਂ ਐਡਵਾਈਜ਼ਰ ਨਾਲ ਗੱਲ ਕਰੋ, ਕੋਈ ਗੱਲ ਨਹੀਂ, ਔਰ ਪੇਸ਼ੈਂਸ ਰੱਖੋ। ਇਦਾਂ ਨਹੀਂ ਵੀ ਹੁਣੇ ਅਸੀਂ ਐਡਮਿਟ ਹੋਏ ਤੇ ਬਸ ਰਾਈਟ ਵੇ ਸਾਡਾ ਕਲੇਮ ਜਿਹੜਾ ਪਾਸ ਹੋਣਾ ਚਾਹੀਦਾ। ਹਾਂਜੀ, ਇਟਸ ਨਾਟ ਗੋਇੰਗ ਦੈਟ ਵੇ। ਕੰਪਨੀ ਤੁਹਾਨੂੰ ਲਾਈਕ ਹਸਪੀਟਲ ਦੇ ਵਿੱਚ ਵੀ ਜੇ ਮੰਨ ਲਓ ਕੋਈ ਆਪਣਾ ਪਰਸਨ ਐਡਮਿਟ ਹੋਇਆ, ਆਪਾਂ ਰਾਈਟ ਵੇ ਕੰਪਨੀ ਨੂੰ ਦੱਸਣਾ ਹੁੰਦਾ ਵੀ ਸਾਡਾ ਪਰਸਨ ਇਸ ਵੇਲੇ ਐਡਮਿਟ ਹੈ, ਤੁਸੀਂ ਆਪਦੇ ਐਡਵਾਈਜ਼ਰ ਨੂੰ ਵੀ ਇਨਫੋਰਮ ਕਰੋ। ਦੈਨ ਤੁਸੀਂ ਵੇਟ ਕਰੋ ਤੁਹਾਡੇ ਜਿਹੜਾ ਪੇਸ਼ੈਂਟ ਹੈ ਉਹਦੀ ਕੰਡੀਸ਼ਨ ਸਟੇਬਲ ਹੋ ਜਾਵੇ। ਕਿਉਂਕਿ ਮੰਨ ਲਓ ਤੁਸੀਂ 2 ਦਿਨ ਰਹੇ ਹਸਪੀਟਲ, ਵਾਪਸ ਆ ਗਏ, ਤੁਸੀਂ ਕਿਹਾ ਜੀ ਹਾਂਜੀ ਸਾਡਾ ਡਨ ਹੋ ਗਿਆ, ਹਸਪੀਟਲ ਤੋਂ ਬਿੱਲ ਆਂਦੇ ਆਲਮੋਸਟ ਕਹ ਲਓ 1 ਮੰਥ ਲੱਗ ਜਾਂਦਾ, ਤੁਸੀਂ ਕੰਪਨੀ ਨੂੰ ਭੇਜਤਾ ਵੀ ਸਾਡਾ ਡਨ ਹੋ ਗਿਆ, ਔਰ ਫਾਰ ਐਗਜ਼ਾਮਪਲ ਰੱਬ ਨਾ ਕਰੇ 10 ਦਿਨ ਬਾਅਦ ਸੇਮ ਚੀਜ਼ ਲਈ ਸਾਨੂੰ ਦੁਬਾਰਾ ਜਾਣਾ ਪੈ ਗਿਆ ਉੱਥੇ ਕਿਸੇ ਕਾਰਨ ਕਰਕੇ, ਰਾਈਟ। ਸੋ ਦੇਰ ਆਰ ਕੰਪਨੀਜ਼ ਜਿਹੜੀਆਂ ਕਿ ਫੋਲੋ ਅਪ ਵਿਜ਼ਿਟ ਕਵਰ ਕਰਦੀਆਂ ਨੇ। ਸੋ ਪੇਸ਼ੈਂਸ ਨਾਲ ਚੱਲਣਾ ਚਾਹੀਦਾ ਹੈ, ਔਰ ਕੋਈ ਵੀ ਕੰਪਨੀ ਜਿਹੜਾ ਜੈਨੂਇਨ ਕਲੇਮ ਹੈ ਕੋਈ ਡਿਨਾਈ ਨਹੀਂ ਕਰਦੀ।
ਨਹੀਂ ਸਭ ਕਰਦੇ। ਕੰਪਨੀ ਮੋਸਟਲੀ ਹਾਂਜੀ ਸਭ ਪੇ ਕਰਦੀ ਹੈ। ਹਾਂਜੀ, ਸੋ ਬੇਸਿਕਲੀ ਦੋ ਗੱਲਾਂ ਮੈਂ ਤੁਹਾਡੇ ਤੋਂ ਸਿੱਖੀਆਂ ਕਿ ਇੱਕ ਤਾਂ ਇਹ ਕਿ ਆਪਣੀ ਪ੍ਰੀ ਐਗਜ਼ਿਸਟਿੰਗ ਕਿਸੇ ਵੀ ਕੰਡੀਸ਼ਨ ਨੂੰ ਲੁਕਾਉਣਾ ਨਹੀਂ ਚਾਹੀਦਾ ਐਡਵਾਈਜ਼ਰ ਤੋਂ। ਦੂਸਰੀ ਗੱਲ, ਅਗਰ ਤੁਹਾਨੂੰ ਕੋਈ ਟਰਬਲ ਹੈ ਜਿਹਦੇ ਪਿੱਛੇ ਤੁਹਾਨੂੰ ਹਸਪੀਟਲ ਜਾਣਾ ਪੈ ਰਿਹਾ, ਉਹਨੂੰ ਤੁਸੀਂ ਜਦ ਤੱਕ ਐਨ ਪੂਰੀ ਤਰ੍ਹਾਂ ਠੀਕ ਨਹੀਂ ਹੋ ਜਾਂਦੀ ਉੱਥੋਂ ਹਸਪੀਟਲ ਤੋਂ ਵਾਪਿਸ ਘਰ ਜਾਣ ਦੀ ਜਲਦੀ ਨਾ ਕਰੋ, ਉਸ ਚੀਜ਼ ਨੂੰ ਪੂਰੀ ਰਿਜ਼ੋਲਵ ਹੋ ਲੈਣ ਦਿਓ, ਫੇਰ ਘਰ ਜਾਓ। ਤੇ ਤੀਸਰੀ ਗੱਲ ਇਹ ਹੈ ਕਿ ਅਗਰ ਤੁਸੀਂ ਬੇਸ਼ੱਕ ਇੰਸ਼ੋਰੈਂਸ ਲਿੱਤੀ ਹੋਈ ਹੈ ਪਰ ਅਪਫਰੰਟ ਪੇਮੈਂਟ ਕਰਨ ਵਾਸਤੇ ਤੁਹਾਡੇ ਕੋਲ ਪੈਸਾ ਹੋਣਾ ਚਾਹੀਦਾ ਹੈ, ਕਿਉਂਕਿ ਉਹ ਪੇਮੈਂਟ ਤੁਸੀਂ ਜਦੋਂ ਕਰੋਗੇ ਉਹ ਬਾਅਦ ਦੇ ਵਿੱਚ ਰੀਇੰਬਰਸ ਹੁੰਦੀਆਂ ਨੇ ਜਦੋਂ ਤੁਹਾਡਾ ਕਲੇਮ ਕਲੀਅਰ ਹੋ ਜਾਂਦਾ ਹੈ। ਨਹੀਂ ਜੀ, ਕਿਉਂਕਿ ਜੇ ਤੁਸੀਂ ਇੰਸ਼ੋਰੈਂਸ ਲਈ ਹੈ ਫਾਰ ਐਗਜ਼ਾਮਪਲ, ਤੁਸੀਂ ਜਦੋਂ ਤੁਸੀਂ ਹਸਪੀਟਲ ਜਾਂਦੇ ਹੋ ਯੂ ਜਸਟ ਹੈਵ ਟੂ ਪੇ ਡਿਡਕਟੇਬਲ ਅਮਾਉਂਟ। ਸਿਰਫ ਡਿਡਕਟੇਬਲ ਪਲੇ ਕਰਨਾ ਪੈਂਦਾ ਹੈ। ਸੋ ਡਿਡਕਟੇਬਲ ਲਿੱਤਾ 1000 ਡਿਡਕਟੇਬਲ ਹੈ, ਜਸਟ ਯੂ ਹੈਵ ਟੂ ਪੇ ਦੈਟ। ਹੁਣ ਮੰਨ ਲਓ ਕਿਸੇ ਦਾ 60000 ਬਿੱਲ ਬਣਿਆ, ਵੀ ਕੈਨਟ ਪੇ। ਹਾਂਜੀ, ਇੰਸ਼ੋਰੈਂਸ ਕਿਉਂ ਲਈ ਹੈ, ਰਾਈਟ? ਸੋ ਜਸਟ ਤੁਸੀਂ ਡਿਡਕਟੇਬਲ ਅਮਾਉਂਟ ਦੇਣਾ, ਉਹ ਵੀ ਹਾਲੇ ਉਦੋਂ ਦੇਣ ਦੀ ਜ਼ਰੂਰਤ ਨਹੀਂ ਹੈ ਅਨਲੈਸ ਅੰਟਿਲ ਤੁਹਾਨੂੰ ਹਸਪੀਟਲ ਇਨਸਿਸਟ ਕਰ ਰਿਹਾ ਨਹੀਂ ਜੀ ਤੁਸੀਂ ਦਿਓ। ਤੁਸੀਂ ਜਸਟ ਆਪਣੀ ਪਾਲਿਸੀ ਦਿਖਾਓ, ਉਹਨਾਂ ਨੂੰ ਕਹੋ ਅਸੀਂ ਐਡਵਾਈਜ਼ਰ ਨੂੰ ਆਪਦੀ ਇੰਸ਼ੋਰੈਂਸ ਕੰਪਨੀ ਤੁਸੀਂ ਇਨਫੋਰਮ ਕਰਤਾ, ਦੇ ਵਿਲ ਕਨੈਕਟ ਯੂ ਔਨ ਆਵਰ ਬਿਹਾਫ, ਤੇ ਜੇ ਜ਼ਰੂਰਤ ਪੈਂਦੀ ਹੈ ਜਸਟ ਪੇ ਦਾ ਡਿਡਕਟੇਬਲ, ਕਿਉਂਕਿ ਦੁਬਾਰਾ ਤੁਸੀਂ ਦੇਖੋ ਫਿਰ ਵਾਪਸ ਇਟਸ ਹਾਰਡ ਟੂ ਗੈਟ ਦਾ ਮਨੀ ਬੈਕ ਫਰੋਮ ਹਸਪੀਟਲ ਔਰ ਸਮਥਿੰਗ ਫਰੋਮ ਕੰਪਨੀ। ਮੋਸਟਲੀ ਮਤਲਬ ਮੇਰੇ ਜਿੰਨੇ ਵੀ ਹੁਣ ਤੱਕ ਦੇ ਕੈਰੀਅਰ ਦੇ ਵਿੱਚ ਜਿੰਨੇ ਵੀ ਕਲੇਮ ਆਏ ਆ ਸਾਰੇ ਪਾਸ ਹੋਏ ਆ, ਔਰ ਸਭ ਨੂੰ ਇਹੀ ਕਹੀਦਾ ਵੀ ਤੁਸੀਂ ਪੇਸ਼ੈਂਸ ਰੱਖਣੀ ਹੈ, ਡਿਡਕਟੇਬਲ ਅਮਾਉਂਟ ਸਿਰਫ ਪੇ ਕਰਨਾ ਹੈ, ਔਰ ਜੇ ਤੁਹਾਨੂੰ ਕਿਤੇ ਜ਼ਰੂਰਤ ਪੈਵੇਗੀ, ਮੰਨ ਲਓ ਤੁਸੀਂ $300-400 $500 ਆਪਦੇ ਕੋਲੋਂ ਪੇ ਕਰ ਦਿੱਤਾ, ਤਾਂ ਦੈਨ ਵੀ ਸੈਂਡ ਦ ਬਿਲਸ ਐਂਡ ਕੰਪਨੀ ਵਿਲ ਪੇ ਬੈਕ। ਇੱਕ ਮੇਰਾ ਕਲੇਮ ਆਇਆ ਸੀ ਜੀ $3.5 ਲੱਖ ਦਾ। ਹਾਂਜੀ, ਤੋ ਤੁਸੀਂ ਸੁਣਿਆ ਹੋਣਾ ਇੱਥੇ ਗੋ ਫੰਡ ਮੀ ਕਰਕੇ ਵੀ ਲੋਕ ਉਹ ਤੇ ਪਾ ਦਿੰਦੇ ਆ ਸਾਡੀ ਹੈਲਪ ਕਰੋ, ਏਦਾਂ ਕਰੋ। ਰਾਈਟ। ਤੁਹਾਨੂੰ ਕਿਸੇ ਕੋਲੋਂ ਪੈਸੇ ਮੰਗਣ ਦੀ ਜ਼ਰੂਰਤ ਨਹੀਂ ਪੈਂਦੀ, ਯਾ, ਕਿਉਂਕਿ ਹਸਪੀਟਲ ਦੇ ਵਿੱਚ ਤੁਹਾਡਾ ਇਲਾਜ ਚੱਲ ਰਿਹਾ। ਹਾਂਜੀ, ਔਰ ਇੱਥੇ ਜਿਹੜੀ ਗਵਰਨਮੈਂਟ ਹੈ ਉਹ ਵੀ ਤੁਹਾਨੂੰ ਇਹ ਨਹੀਂ ਕਹਿੰਦੀ ਹਾਂਜੀ ਤੁਸੀਂ ਆਪਦਾ ਸਾਰਾ ਕੁਝ ਵੇਚ ਕੇ ਸਾਨੂੰ ਪੈਸੇ ਦੇ ਦਿਓ। ਰਾਈਟ, ਬਹੁਤ ਅੱਛਾ ਕੰਟਰੀ ਹੈ ਜੀ। ਹਾਂਜੀ, ਸੋ ਤੁਸੀਂ ਪੇਸ਼ੈਂਸ ਨਾਲ ਚੱਲਣਾ ਹੈ ਔਰ ਬੜੇ ਤਰੀਕੇ ਨਾਲ ਜਿਹੜਾ ਕਲੇਮ ਹੈ ਉਹਨੂੰ ਹੈਂਡਲ ਅਸੀਂ ਕਰਦੇ ਹਾਂ। ਠੀਕ ਹੈ ਜੀ, ਠੀਕ ਹੈ ਜੀ, ਥੈਂਕ ਯੂ ਸੋ ਮਚ ਨਿਸ਼ੂ ਜੀ। ਔਰ ਆਪਣੀ ਤੁਸੀਂ ਕੰਟੈਕਟ ਇਨਫੋਰਮੇਸ਼ਨ ਆਲਰੇਡੀ ਸ਼ੇਅਰ ਕੀਤੀ ਹੈਗੀ ਹੈ। ਸੋ ਵਿਊਅਰਸ, ਅਗਰ ਤੁਹਾਨੂੰ ਕੋਈ ਵੀ ਕੁਐਸਚਨਸ ਹੈਗੇ ਆ ਇਨ ਰਿਗਾਰਡਸ ਟੂ ਸੁਪਰ ਵੀਜ਼ਾ, ਕਿ ਉਹਦੀ ਪ੍ਰੋਸੈਸਿੰਗ ਕਿੱਦਾਂ ਕਰਨੀ ਹੈ, ਅਪਲਾਈ ਕਿੱਦਾਂ ਕਰਨਾ, ਤੁਸੀਂ ਅਰਵਿੰਦ ਜੀ ਨਾਲ ਕੰਟੈਕਟ ਕਰ ਸਕਦੇ ਹੋ। ਔਰ ਉਹਦੀ ਇੰਸ਼ੋਰੈਂਸ ਨਾਲ ਰਿਲੇਟਡ ਜੋ ਵੀ ਗੱਲਾਂ ਜਾਂ ਆਪਣੀ ਫਾਈਨੈਂਸ਼ੀਅਲ ਐਡਵਾਈਜ਼ਿੰਗ ਵਾਸਤੇ ਤੁਸੀਂ ਨਿਸ਼ੂ ਜੀ ਨੂੰ ਕੰਟੈਕਟ ਕਰ ਸਕਦੇ ਹੋ। ਬਹੁਤ ਅੱਛਾ ਗਾਈਡ ਕਰਦੇ ਨੇ ਤਾਂ ਕਿ ਤੁਹਾਡੀ ਲਾਈਫ ਦੇ ਜਿਹੜੇ ਸਭ ਤੋਂ ਇੰਪੋਰਟੈਂਟ ਜਿਹੜੇ ਡਿਸੀਜਨਸ ਹੈ ਤੁਸੀਂ ਇੱਕ ਅੱਛੇ ਤਰੀਕੇ ਨਾਲ ਲੈ ਸਕੋ, ਇਨਫੋਰਮਡ ਤਰੀਕੇ ਨਾਲ ਲੈ ਸਕੋ। ਸੋ ਨਿਸ਼ੂ ਜੀ, ਤੁਹਾਡਾ ਬਹੁਤ ਬਹੁਤ ਥੈਂਕ ਯੂ ਹੈ ਜੀ ਇੱਥੇ ਆਉਣ ਵਾਸਤੇ, ਸਾਡੇ ਨਾਲ ਜੁੜਨ ਵਾਸਤੇ, ਆਪਣਾ ਟਾਈਮ ਸਪੇਅਰ ਕਰਨ ਵਾਸਤੇ ਜੀ। ਬਿਲਕੁਲ ਜੀ, ਥੈਂਕ ਯੂ ਸੋ ਮਚ ਫॉर ਥੈਂਕ ਕੰਟੈਕਟਿੰਗ ਯੂ ਮੀ। ਜੀ, ਓਕੇ ਜੀ।